ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਯੂਐਸਏ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਇੰਟਰਸਟਿੰਗ ਨਿਊਜ਼ ਆਈ ਹੈਗੀ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ, ਚੈਨਲ ਨੂੰ ਜੇਕਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਥੱਲੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਪ੍ਰੈਸ ਕਰੋ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਯੂਐਸ ਅੰਬੈਸੀ ਦੀ ਰੀਓਪਨਿੰਗ ਦੀ। ਜਿਵੇਂ ਕਿ ਅਸੀਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ, 7 ਜੂਨ ਤੋਂ ਮੁੰਬਈ ਦੇ ਵਿੱਚ ਜਿਹੜੀ ਇਹਨਾਂ ਦੀ ਅੰਬੈਸੀ ਹੈਗੀ ਹੈ ਇੰਡੀਆ ਦੇ ਵਿੱਚ, ਉੱਥੇ ਇਹਨਾਂ ਨੇ ਇਮੀਗ੍ਰੈਂਟ ਵੀਜ਼ੇ ਵਾਸਤੇ ਅਪਾਇੰਟਮੈਂਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਉੱਥੇ ਇਹ ਇਮੀਗ੍ਰੈਂਟ ਵੀਜ਼ੇ ਵਾਸਤੇ ਇੰਟਰਵਿਊਜ਼ ਲੈ ਰਹੇ ਹੈਗੇ ਆ। ਸੋ ਜੇਕਰ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਇਮੀਗ੍ਰੈਂਟ ਵੀਜ਼ੇ ਵਾਸਤੇ ਅਪਾਇੰਟਮੈਂਟ ਮਿਲ ਚੁੱਕੀ ਆ ਤਾਂ ਥੱਲੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਕਿਉਂਕਿ ਬਹੁਤ ਸਾਰੇ ਸਾਡੇ ਵਿਊਅਰ ਸਬਸਕ੍ਰਾਈਬਰਸ ਹੈਗੇ ਆ ਜੋ ਲੰਬੇ ਸਮੇਂ ਤੋਂ ਆਪਣੀ ਇੰਟਰਵਿਊ ਦੀ ਵਾਰੀ ਦੀ ਵੇਟ ਕਰ ਰਹੇ ਹੈਗੇ ਆ। ਸੋ ਹੁਣ ਲੇਟੈਸਟ ਜਿਹੜੀ ਅਪਡੇਟ ਆਈ ਹੈਗੀ ਹੈ, ਸਟੂਡੈਂਟ ਵੀਜ਼ਾ ਲੈ ਕੇ ਜਿਹੜੇ ਲੋਕ ਯੂਐਸਏ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਨੂੰ 14 ਜੂਨ ਤੋਂ ਇਹ ਅਪਾਇੰਟਮੈਂਟਾਂ ਦੇਣੀਆਂ ਸ਼ੁਰੂ ਕਰਨਗੇ। ਸੋ ਉਹ ਸਟੂਡੈਂਟ ਯੂਐਸਏ ਦੇ ਵਿੱਚ ਹੁਣ ਆ ਸਕਦੇ ਆ ਜਿਨ੍ਹਾਂ ਦੀ ਸਟੱਡੀ 1 ਅਗਸਤ ਜਾਂ ਉਸ ਤੋਂ ਬਾਅਦ ਸ਼ੁਰੂ ਹੋ ਰਹੀ ਹੈਗੀ ਹੈ। ਮਤਲਬ ਫਾਲ ਸਮੈਸਟਰ ਵਾਸਤੇ ਜਿਹੜੇ ਸਟੂਡੈਂਟ ਆਉਣਾ ਚਾਹੁੰਦੇ ਆ ਯੂਐਸਏ ਵਿੱਚ, ਉਹਨਾਂ ਨੂੰ ਇਹ 14 ਜੂਨ ਤੋਂ ਅਪਾਇੰਟਮੈਂਟਾਂ ਦੇਣੀਆਂ ਸ਼ੁਰੂ ਕਰਨਗੇ। ਬਾਕੀ ਵਿਜ਼ਿਟਰ ਵੀਜ਼ਾ, ਟੂਰਿਸਟ ਵੀਜ਼ੇ ਨੂੰ ਲੈ ਕੇ ਕਾਫੀ ਜਾਣਿਆਂ ਦੇ ਸਵਾਲ ਹੁੰਦੇ ਹੈਗੇ ਆ ਕਿ ਵਿਜ਼ਿਟਰ ਵੀਜ਼ਾ ਕਦੋਂ ਤੋਂ ਖੁੱਲੂਗਾ। ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ, ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਿਹੜਾ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ ਸੀ, ਜਿਹਦੇ ਵਿੱਚ ਇਹਨਾਂ ਨੇ ਇੰਡੀਆ ਤੋਂ ਆਉਣ ਵਾਲੇ ਲੋਕ ਜਿਹੜੇ ਨੌਨ ਇਮੀਗ੍ਰੈਂਟ ਵੀਜ਼ਾ ਲੈ ਕੇ ਆਉਂਦੇ ਹੈਗੇ ਯੂਐਸਏ ਦੇ ਵਿੱਚ, ਉਹਨਾਂ ਉੱਤੇ ਇਹਨਾਂ ਨੇ ਬੈਨ ਲਗਾਇਆ ਹੈਗਾ, ਜੋ ਕਿ ਅਜੇ ਤੱਕ ਵੀ ਲੱਗਾ ਹੈਗਾ। ਸੋ ਵਿਜ਼ਿਟਰ ਵੀਜ਼ਾ ਜਿਹੜਾ ਹੈਗਾ, ਟੂਰਿਸਟ ਵੀਜ਼ਾ ਜਿਹੜਾ ਹੈਗਾ, ਉਹ ਨੌਨ ਇਮੀਗ੍ਰੈਂਟ ਵੀਜ਼ੇ ਵਿੱਚ ਆਉਂਦਾ ਹੈਗਾ। ਸੋ ਇਸ ਵੀਜ਼ੇ ਉੱਤੇ ਇਹਨਾਂ ਨੇ ਬੈਨ ਲਗਾਇਆ ਹੈਗਾ ਐਜ਼ ਆਫ ਨਾਓ, ਅਤੇ ਅੰਬੈਸੀਆਂ ਦੇ ਵਿੱਚ ਇਹਨਾਂ ਨੇ ਸਿਰਫ ਇਮੀਗ੍ਰੈਂਟ ਵੀਜ਼ੇ ਵਾਸਤੇ ਹੀ ਅਪਾਇੰਟਮੈਂਟਾਂ ਦੇਣੀਆਂ ਸ਼ੁਰੂ ਕੀਤੀਆਂ ਹੈਗੀਆਂ, ਅਤੇ ਹੁਣ 14 ਜੂਨ ਤੋਂ ਇਹ ਸਟੂਡੈਂਟ ਵੀਜ਼ੇ ਵਾਸਤੇ ਅਪਾਇੰਟਮੈਂਟਾਂ ਦੇਣੀਆਂ ਸ਼ੁਰੂ ਕਰਨਗੇ। ਬਾਕੀ ਨੌਨ ਇਮੀਗ੍ਰੈਂਟ ਵੀਜ਼ੇ ਵਾਸਤੇ ਜਦੋਂ ਇਹ ਅਪਾਇੰਟਮੈਂਟਾਂ ਦੇਣੀਆਂ ਸ਼ੁਰੂ ਕਰਨਗੇ, ਕੋਈ ਵੀ ਉਹਦੀ ਅਪਡੇਟ ਆਊਗੀ ਤਾਂ ਉਹ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਅਪਡੇਟ ਜੋ ਹੈ ਜ਼ਰੂਰ ਕਰਾਂਗੇ। ਸੋ ਹੁਣ ਗੱਲ ਕਰਦੇ ਹਾਂ USCIS ਵੱਲੋਂ ਜਿਹੜੀ ਲੇਟੈਸਟ ਅਪਡੇਟ ਆਈ ਹੈਗੀ ਹੈ। ਸੋ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਅਪਡੇਟ ਆਈ ਹੈਗੀ ਹੈ, ਇਹਨਾਂ ਨੇ ਪਿਛਲੇ ਜਿਹੜੇ ਪ੍ਰੈਜ਼ੀਡੈਂਟ ਸੀ ਡੋਨਲਡ ਟਰੰਪ, ਉਹਨਾਂ ਨੇ ਇੱਕ ਇਹਨਾਂ ਦੀ ਇਮੀਗ੍ਰੇਸ਼ਨ ਦੀ ਪਾਲਿਸੀ ਨੂੰ ਚੇਂਜ ਕਰ ਦਿੱਤਾ ਸੀ। ਸੋ ਹੁਣ ਇਹਨਾਂ ਨੇ ਵਾਪਸ ਉਹ ਜਿਹੜੀ ਪਾਲਿਸੀ ਨੂੰ ਜੋ ਹੈ ਰਿਵਰਸ ਕਰ ਦਿੱਤਾ ਹੈਗਾ। ਸੋ ਪਹਿਲਾਂ ਜਿਹੜੀ ਇਹਨਾਂ ਦੀ ਪਾਲਿਸੀ ਚੱਲ ਰਹੀ ਸੀ, ਜੇਕਰ ਤੁਸੀਂ ਐਪਲੀਕੇਸ਼ਨਾਂ ਜਿਹੜੀਆਂ ਲਾਉਂਦੇ ਹੈਗੇ ਆ USCIS ਦੇ ਕੋਲ ਭੇਜਦੇ ਹੈਗੇ ਆ, ਜਿਹੜੇ ਵੀ ਕੇਸ ਤੁਸੀਂ ਲਾਉਂਦੇ ਹੈਗੇ ਆ, ਜੇਕਰ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਮਿਸ ਹੁੰਦੀ ਸੀ, ਕੋਈ ਵੀ ਡਾਕੂਮੈਂਟ ਮਿਸਿੰਗ ਹੁੰਦਾ ਸੀ, ਤਾਂ ਤੁਹਾਨੂੰ USCIS ਦੇ ਦੁਆਰਾ ਲੈਟਰ ਭੇਜਿਆ ਜਾਂਦਾ ਸੀ, ਜਿਹਦੇ ਵਿੱਚ ਇਹ ਰਿਕੁਐਸਟ ਫॉर ਐਵੀਡੈਂਸ, ਜਿਹੜੇ ਵੀ ਐਵੀਡੈਂਸ, ਜਿਹੜੀ ਵੀ ਇਨਫੋਰਮੇਸ਼ਨ ਮਿਸਿੰਗ ਹੈਗੀ ਹੈ, ਉਹ ਇਹ ਤੁਹਾਡੇ ਕੋਲੋਂ ਮੰਗਦੇ ਸੀ। ਪਰ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਆਏ ਹੈਗੇ ਆ, ਉਹਨਾਂ ਨੇ ਇਸ ਪਾਲਿਸੀ ਨੂੰ ਚੇਂਜ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਜੇਕਰ ਕਿਸੇ ਦੀ ਵੀ ਐਪਲੀਕੇਸ਼ਨ ਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਮਿਸਿੰਗ ਹੁੰਦੀ ਹੈਗੀ ਹੈ, ਕੋਈ ਵੀ ਡਾਕੂਮੈਂਟ ਜਿਹੜਾ ਰਿਕੁਆਇਰਡ ਹੈਗਾ ਵੈ ਉਹ ਮਿਸਿੰਗ ਹੁੰਦਾ ਹੈਗਾ, ਤਾਂ ਉਹਦੀ ਐਪਲੀਕੇਸ਼ਨ ਨੂੰ ਡਿਨਾਈ ਕਰ ਦਿੱਤਾ ਜਾਵੇ। ਬਹੁਤ ਸਾਰੀਆਂ ਐਪਲੀਕੇਸ਼ਨਾਂ ਇਹਨਾਂ ਨੇ ਡਿਨਾਈ ਵੀ ਕੀਤੀਆਂ ਸੀ। ਸੋ ਹੁਣ ਇਹਨਾਂ ਨੇ ਕਿਹਾ ਹੈਗਾ ਕਿ ਇਹ ਜਿਹੜੀ ਪਹਿਲਾਂ ਦੀ ਜਿਹੜੀ ਇਹਨਾਂ ਦੀ ਪਾਲਿਸੀ ਸੀ, ਉਸ ਪਾਲਿਸੀ ਨੂੰ ਹੀ ਵਾਪਸ ਇਹ ਲੈ ਕੇ ਆ ਰਹੇ ਹੈਗੇ ਆ। ਡੋਨਲਡ ਟਰੰਪ ਦੀ ਜਿਹੜੀ ਪਾਲਿਸੀ ਸੀ ਉਹਨੂੰ ਇਹ ਰਿਵਰਸ ਕਰ ਰਿਹਾ। ਸੋ ਹੁਣ ਜੇਕਰ ਤੁਹਾਡੀ ਐਪਲੀਕੇਸ਼ਨ ਦੇ ਵਿੱਚ USCIS ਨੂੰ ਕੋਈ ਵੀ ਇਨਫੋਰਮੇਸ਼ਨ ਮਿਸਿੰਗ ਮਿਲਦੀ ਹੈਗੀ ਹੈ, ਕੋਈ ਵੀ ਡਾਕੂਮੈਂਟ ਜਿਹੜਾ ਰਿਕੁਆਇਰਡ ਹੈਗਾ ਉਹ ਮਿਸਿੰਗ ਹੈਗਾ ਵੈ, ਤਾਂ ਇਹ ਤੁਹਾਨੂੰ ਰਿਕੁਐਸਟ ਫॉर ਐਵੀਡੈਂਸ ਲੈਟਰ ਭੇਜਣਗੇ। ਜਿਹੜੀ ਵੀ ਇਨਫੋਰਮੇਸ਼ਨ ਮਿਸ ਹੈਗੀ ਹੈ ਉਹ ਤੁਸੀਂ ਹੁਣ ਇਹਨਾਂ ਨੂੰ ਜੋ ਹੈ ਭੇਜ ਸਕਦੇ ਹੋ। ਸੋ ਇਹ ਬਹੁਤ ਹੀ ਵਧੀਆ ਖਬਰ ਹੈਗੀ ਹੈ ਕਿ ਇਹਨਾਂ ਨੇ ਇਹ ਜਿਹੜੀ ਪਾਲਿਸੀ ਜਿਹੜੀ ਹੈਗੀ ਹੈ ਉਹਨੂੰ ਵਾਪਸ ਲੈ ਆਂਦਾ ਹੈਗਾ। ਸੋ ਅਗਲੀ ਜਿਹੜੀ ਖਬਰ ਆਈ ਹੈਗੀ ਹੈ USCIS ਦੇ ਵੱਲੋਂ, ਇਹਨਾਂ ਨੇ ਕਿਹਾ ਹੈਗਾ ਕਿ ਜਿਨ੍ਹਾਂ ਲੋਕਾਂ ਨੇ ਵੀ USA ਦੇ ਵਿੱਚ ਐਡਜਸਟਮੈਂਟ ਆਫ ਸਟੇਟਸ ਵਾਸਤੇ ਐਪਲੀਕੇਸ਼ਨਾਂ ਭਰੀਆਂ ਹੈਗੀਆਂ, ਕੇਸ ਲਾਏ ਹੈਗੇ ਆ, ਉਹਨਾਂ ਦੇ ਵਰਕ ਪਰਮਿਟ ਦੀ, ਉਹਨਾਂ ਦੇ EMPLOYMENT ਆਥੋਰਾਈਜੇਸ਼ਨ ਜਿਹੜੀ ਉਹਨਾਂ ਨੂੰ ਮਿਲਦੀ ਹੈਗੀ ਹੈ, ਉਹਦੀ ਵੈਲਿਡਿਟੀ ਨੂੰ ਇਹ ਹੁਣ ਜੋ ਹੈ 2 ਸਾਲ ਕਰ ਰਹੇ ਹੈਗੇ ਆ। ਸੋ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ, ਜਿਨ੍ਹਾਂ ਲੋਕਾਂ ਨੇ ਵੀ USA ਦੇ ਵਿੱਚ ਐਡਜਸਟਮੈਂਟ ਆਫ ਸਟੇਟਸ ਮਤਲਬ ਗ੍ਰੀਨ ਕਾਰਡ ਵਾਸਤੇ ਕੇਸ ਲਗਾਏ ਹੈਗੇ ਆ, ਜਦੋਂ ਤੱਕ ਉਹਨਾਂ ਦਾ ਕੇਸ ਅਪਰੂਵ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਤੁਹਾਨੂੰ ਜੋ ਹੈ ਵਰਕ ਪਰਮਿਟ ਦਿੰਦੇ ਹੈਗੇ ਆ। ਵਰਕ ਪਰਮਿਟ ਦੀ ਜਿਹੜੀ ਵੈਲਿਡਿਟੀ ਹੈਗੀ ਹੈ ਉਹ 1 ਸਾਲ ਹੈਗੀ ਹੈ। 1 ਸਾਲ ਬਾਅਦ ਤੁਹਾਨੂੰ ਇਹ ਜਿਹੜਾ ਵਰਕ ਪਰਮਿਟ ਰੀਨਿਊ ਕਰਾਉਣਾ ਪੈਂਦਾ ਹੈ, ਜਦੋਂ ਤੱਕ ਤੁਹਾਡਾ ਕੇਸ ਅਪਰੂਵ ਨਹੀਂ ਹੋ ਜਾਂਦਾ, ਜਦੋਂ ਤੱਕ ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲ ਜਾਂਦਾ। ਸੋ ਹੁਣ ਇਹਨਾਂ ਨੇ ਕਿਹਾ ਹੈਗਾ ਕਿ ਇਸ ਵਰਕ ਪਰਮਿਟ ਦੀ ਜਿਹੜੀ ਵੈਲਿਡਿਟੀ ਹੈਗੀ ਹੈ ਉਹਨੂੰ ਇਹ 2 ਸਾਲ ਕਰ ਰਹੇ ਹੈ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਟਾਈਮਿੰਗ ਜਿਹੜਾ ਲੱਗ ਰਿਹਾ ਹੈਗਾ ਐਡਜਸਟਮੈਂਟ ਆਫ ਸਟੇਟਸ ਨੂੰ, ਜਿਹੜਾ ਨੇ ਵੀ ਕੇਸ ਲਗਾਏ ਹੈਗੇ ਆ, ਉਹਦਾ ਟਾਈਮ ਜਿਹੜਾ ਲਗਭਗ 1 ਸਾਲ ਤੋਂ
ਉੱਪਰ ਦਾ ਲੱਗ ਰਿਹਾ ਹੈਗਾ, ਜਿਹਦੇ ਕਾਰਨ ਕਾਫੀ ਲੋਕ ਜੋ ਹੈ ਆਪਣੀਆਂ ਐਪਲੀਕੇਸ਼ਨਾਂ ਵਰਕ ਪਰਮਿਟ ਦੇ ਵਾਸਤੇ, ਉਹਦੇ ਰਿਨੀਵਲ ਦੇ ਵਾਸਤੇ ਜੋ ਹੈ ਇਹਨਾਂ ਨੂੰ ਭੇਜ ਰਹੇ ਆ, ਜਿਹਦੇ ਕਾਰਨ ਕਾਫੀ ਜੋ ਹੈ ਇਹਨਾਂ ਨੂੰ ਡਿਲੇ ਹੋ ਰਹੀ ਹੈਗੀ ਹੈ। ਇਹਨਾਂ ਨੇ ਦੱਸਿਆ ਹੈਗਾ ਕਿ 2020 ਦੇ ਵਿੱਚ ਇਹਨਾਂ ਨੂੰ ਵਰਕ ਪਰਮਿਟ ਦੇ ਵਾਸਤੇ ਲਗਭਗ 3,70,000 ਐਪਲੀਕੇਸ਼ਨਾਂ ਜਿਹੜੀਆਂ ਆਈਆਂ ਹੈਗੀਆਂ, ਜਿਹਦੇ ਕਾਰਨ ਪ੍ਰੋਸੈਸਿੰਗ ਟਾਈਮ ਜਿਹੜਾ ਹੈਗਾ ਉਹ ਕਾਫੀ ਜੋ ਹੈ ਇਹਨਾਂ ਨੂੰ ਲੱਗ ਰਿਹਾ ਹੈਗਾ, ਕਾਫੀ ਇਹਨਾਂ ਕੋਲ ਬੈਕਲੌਗ ਹੋ ਚੁੱਕਾ ਹੈ। ਸੋ ਇਹਨਾਂ ਨੇ ਕਿਹਾ ਹੈਗਾ ਕਿ ਹੁਣ ਜਿਹੜੇ ਵਰਕ ਪਰਮਿਟ ਦੀ ਜਿਹੜੀ ਵੈਲਿਡਿਟੀ ਹੈਗੀ ਹੈ, ਜਿਹੜੇ ਲੋਕ ਵੀ ਨਵੇਂ ਕੇਸ ਲਗਾਉਣਗੇ ਜਾਂ ਫਿਰ ਜਿਹੜੇ ਲੋਕ ਵੀ ਅੱਗੇ ਰੀਨਿਊ ਕਰਾਉਣਗੇ ਇਹਨੂੰ, ਉਹਦੀ ਜਿਹੜੀ ਵੈਲਿਡਿਟੀ ਹੈਗੀ ਆ, ਉਹਨਾਂ ਨੂੰ ਵਰਕ ਪਰਮਿਟ ਜੋ ਹੈ 2 ਸਾਲ ਦਾ ਦਿੱਤਾ ਜਾਊਗਾ। ਸੋ ਅੱਜ ਵਾਸਤੇ ਇੰਨਾ ਹੀ, ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ। ਚੈਨਲ ਨੂੰ ਜੇਕਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਥੱਲੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਪ੍ਰੈਸ ਕਰੋ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਓਕੇ ਜੀ, ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।